ਪੰਜਾਬ ਸਰਕਾਰ ਦੇ ਇੱਕ ਬੇਈਮਾਨ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਫੜਿਆ, ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫੜਿਆ ਜਿਹੜਾ ਹਲੇ ਵੀ ਨਿਆਇਕ ਹਿਰਾਸਤ ਦੇ ਵਿੱਚ ਆ, ਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਨੇ ਧੂਤ ਸਮੇਤ 12 ਜਣਿਆਂ ਦੇ ਖਿਲਾਫ ਚਾਰਜ ਸ਼ੀਟ ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਦਾਇਰ ਕਰ ਦਿੱਤੀ ਹੈ। ਇਸ ਮਸਲੇ ਦੇ ਵਿੱਚ ਇਹਨਾਂ ਖਿਲਾਫ ਵਰਿੰਦਰਪਾਲ ਸਿੰਘ ਧੂਤ ਤੇ ਬਾਕੀ ਲੋਕਾਂ ਖਿਲਾਫ ਜਿਹੜੇ 12 ਜਣਿਆਂ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਆ। ਇਹ ਮਸਲਾ ਕੀ ਆ, ਉਸ ਮਸਲੇ ਦੇ ਤਹਿਤ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਅਸਲ ਦੇ ਵਿੱਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਉਹਦੇ ਸੈਕਸ਼ਨ 44 ਤਹਿਤ ਇਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਆ। ਜਿਹੜੇ ਇਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਸ਼ਾਮਲਾਟ ਜ਼ਮੀਨ ਨੂੰ ਗਲਤ ਢੰਗ ਦੇ ਨਾਲ ਉਹਦੀ ਰਜਿਸਟਰੀ ਕੀਤੀ ਆ, ਇੰਤਕਾਲ ਕੀਤੇ ਗਏ ਨੇ ਤੇ ਫਿਰ ਵੇਚੇ ਗਏ ਨੇ। ਕਰੀਬ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਔਰ ਅੰਦਾਜ਼ਾ ਦੱਸਿਆ ਜਾ ਰਿਹਾ ਕਿ 100 ਏਕੜ ਜ਼ਮੀਨ ਹੈ ਜਿਹਦੀ ਇਸ ਟਾਈਮ ਮਾਰਕੀਟ ਵੈਲਿਊ ਅਗਰ ਲਾਈਏ ਤਾਂ 30-35 ਕਰੋੜ ਬਣ ਜਾਂਦੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਕਿਹਾ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਲਈ 16 ਜੁਲਾਈ ਨੂੰ ਐਪਲੀਕੇਸ਼ਨ ਦਿੱਤੀ ਗਈ, ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ PMLA ਜਿਹੜਾ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਆ ਉਹਦੇ ਮਾਮਲਿਆਂ ਦੇ ਵਿੱਚ ਵਿਸ਼ੇਸ਼ ਅਦਾਲਤ ਨੇ 17 ਜੁਲਾਈ ਨੂੰ ਨੋਟਿਸ ਲਿਆ ਸੀ। ਈਡੀ ਮੁਤਾਬਕ ਜਿਹੜੇ ਨਾਇਬ ਤਹਿਸੀਲਦਾਰ ਨੇ ਜਿਹੜੇ ਵਰਿੰਦਰਪਾਲ ਸਿੰਘ ਧੂਤ ਉਹਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਤਹਿਤ ਕੇਸ ਦਰਜ ਕੀਤਾ ਗਿਆ ਤੇ ਫਿਰ ਇਸ ਕੇਸ ਵਿੱਚ ਜਦ ਮਨੀ ਲਾਂਡਰਿੰਗ ਦੀਆਂ ਤਾਰਾਂ ਜੁੜੀਆਂ ਤੇ ਫਿਰ ਈਡੀ ਨੇ ਵੀ ਆਪਣੀ ਇਨਵੋਲਵਮੈਂਟ ਦਿਖਾ ਦਿੱਤੀ। ਅਸਲ ਦੇ ਵਿੱਚ ਜਦੋਂ ਵੀ ਕੋਈ ਕੇਸ ਰਜਿਸਟਰਡ ਹੁੰਦਾ, ਕੋਈ ਵੀ ਜਿਹੜੀ ਸਟੇਟ ਵਿਜੀਲੈਂਸ ਬਿਊਰੋ ਕਰੇ, ਤਾਂ ਅਗਰ ਉਹਦੇ 'ਚ ਕਿਸੇ ਨੂੰ ਈਡੀ ਨੂੰ ਲੱਗਦਾ ਕਿ ਇਹਦੇ 'ਚ ਮਨੀ ਲਾਂਡਰਿੰਗ ਆ, ਪੈਸੇ ਦਾ ਬਾਹਰਲੇ ਦੇਸ਼ਾਂ ਤੋਂ ਆਦਾਨ ਪ੍ਰਦਾਨ ਹੋਇਆ, ਉਸ ਮਸਲੇ ਦੇ ਵਿੱਚ ਈਡੀ ਦੀ ਵੀ ਐਂਟਰੀ ਹੋ ਜਾਂਦੀ ਹੈ। ਇਸ ਕੇਸ ਦੇ ਵਿੱਚ ਵੀ ਈਡੀ ਦੀ ਐਂਟਰੀ ਹੋਈ ਸੀ ਤੇ ਜਿਸ ਕਰਕੇ ਈਡੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਈਡੀ ਦੀ ਜਾਂਚ ਵਿੱਚ ਸਪਸ਼ਟ ਹੋਇਆ ਕਿ ਪੰਜਾਬ ਸਰਕਾਰ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ, ਜਿਨ੍ਹਾਂ 'ਚ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੀ ਸ਼ਾਮਲ ਹੈ, ਉਹਨਾਂ ਨੇ ਇੰਤਕਾਲ ਤਿਆਰ ਕਰਦੇ ਸਮੇਂ ਪਿੰਡ ਸਿਉਂਕ ਦੀ ਕਰੀਬ 100 ਏਕੜ ਤੋਂ ਜ਼ਿਆਦਾ ਜ਼ਮੀਨ ਦੀ, ਜਿਹਦੀ ਇਸ ਸਮੇਂ ਬਾਜ਼ਾਰੀ ਕੀਮਤ 30-35 ਕਰੋੜ ਦੱਸੀ ਜਾ ਰਹੀ ਹੈ, ਉਹ ਸ਼ਾਮਲਾਟ ਜ਼ਮੀਨ ਦੀ ਜਿਹੜੀ ਤਕਸੀਮ ਆ, ਵੰਡ ਆ, ਉਹ ਗਲਤ ਤਰੀਕੇ ਨਾਲ ਕਰਕੇ ਕੁਝ ਜਿਹੜੇ ਅਯੋਗ ਜਿਹੜੇ ਨੇ ਬਾਹਰਲੇ ਵਿਅਕਤੀਆਂ ਦੇ ਨਾਮ ਤੇ ਕਰ ਦਿੱਤੀ, ਉਹਨਾਂ ਨੂੰ ਵੇਚ ਦਿੱਤੀ ਗਈ। ਇਸ ਤੋਂ ਬਾਅਦ ਇਹਨਾਂ ਜਿਹੜੇ ਪਿੰਡ ਦੇ ਵਾਸੀ ਨੇ, ਉਹਨਾਂ ਪਿੰਡ ਦੇ ਵਾਸੀਆਂ ਜਿਨ੍ਹਾਂ ਦੇ ਨਾਲ ਪਹਿਲਾਂ ਤਕਸੀਮ ਕੀਤੀ ਗਈ ਜ਼ਮੀਨ 102 ਏਕੜ ਦੇ ਕਰੀਬ, ਉਹ ਪਹਿਲਾਂ ਪ੍ਰਾਪਰਟੀ ਡੀਲਰਾਂ ਵੱਲੋਂ ਪਿੰਡ ਦੇ ਵਾਸੀਆਂ ਕੋਲ ਪਾਵਰ ਆਫ ਅਟਾਰਨੀ ਪ੍ਰਾਪਤ ਕੀਤੀ ਗਈ ਔਰ ਫਿਰ ਪਾਵਰ ਆਫ ਅਟਾਰਨੀ ਪ੍ਰਾਪਤ ਕਰਕੇ ਡੀਲਰਾਂ ਨੇ ਮਹਿਕਮੇ ਦੇ ਅਫਸਰਾਂ ਨਾਲ ਮਿਲ ਕੇ ਸ਼ਾਮਲਾਟ ਜਿਹੜੀ ਜ਼ਮੀਨ ਆ ਉਹ ਬਾਹਰਲੇ ਖਰੀਦਦਾਰਾਂ ਨੂੰ ਵੇਚ ਦਿੱਤੀ। ਇਹ ਸਭ ਤੋਂ ਪਹਿਲਾਂ ਇਲਜ਼ਾਮ ਵਿਜੀਲੈਂਸ ਬਿਊਰੋ ਦੀ ਰਿਪੋਰਟ 'ਚ ਲੱਗੇ ਸੀ ਤੇ ਉਸ ਤੋਂ ਬਾਅਦ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਸੀ ਤੇ ਬਾਅਦ 'ਚ ਈਡੀ ਦੀ ਐਂਟਰੀ ਹੋਈ ਤੇ ਫਿਰ ਈਡੀ ਨੇ ਕਿਹਾ ਕਿ ਜਿਹੜੀ ਰਕਮ ਆ ਫਿਰ ਜਿਹੜੀ ਬਾਹਰਲੇ ਲੋਕਾਂ ਨੂੰ ਵੇਚੀ ਗਈ ਆ, ਕੋਈ 102 ਏਕੜ ਜ਼ਮੀਨ ਜਿਹੜੀ ਕਰੀਬ 30-35 ਕਰੋੜ ਬਣਦੀ ਆ ਮਾਰਕੀਟ ਵੈਲਿਊ, ਉਹ ਫਿਰ ਡੀਲਰਾਂ ਨੇ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਆਪਸ ਵਿੱਚ ਵੰਡ ਲਈ ਤੇ ਜਿਨ੍ਹਾਂ ਪਿੰਡ ਵਾਸੀਆਂ ਕੋਲੋਂ ਪਾਵਰ ਆਫ ਅਟਾਰਨੀ ਲਈ ਸੀ ਉਹਨਾਂ ਨੂੰ ਥੋੜ੍ਹੀ ਬਹੁਤੀ ਪੈਸੇ ਦੇ ਕੇ ਬਾਕੀ ਸਾਰੇ ਪੈਸੇ ਆਪ ਹੀ ਡਕਾਰ ਗਏ ਸਨ। ਜਿਹੜੇ ਵਰਿੰਦਰਪਾਲ ਧੂਤ ਨੇ, ਜਿਹੜੇ ਨਾਇਬ ਤਹਿਸੀਲਦਾਰ ਸੀ, ਉਹਨਾਂ ਨੂੰ ਈਡੀ ਨੇ 20 ਅਪ੍ਰੈਲ ਤੋਂ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹ ਇਸ ਸਮੇਂ ਨਿਆਇਕ ਹਿਰਾਸਤ ਵਿੱਚ ਆ ਔਰ ਇਸ ਅਧਿਕਾਰੀ ਦੀ ਜਿਹੜੀ ਚੰਡੀਗੜ੍ਹ ਹੁਸ਼ਿਆਰਪੁਰ ਦੇ ਵਿੱਚ ਕੋਈ 8 ਕਰੋੜ ਰੁਪਏ ਦੀ ਪ੍ਰਾਪਰਟੀ ਵੀ ਈਡੀ ਪਹਿਲਾਂ ਹੀ ਜ਼ਬਤ ਕਰ ਚੁੱਕੀ ਹੈਗੀ ਆ, ਜਿਹਦੇ 'ਚ ਪਲਾਟ ਆ, ਕੋਠੀਆਂ, ਰੈਸ਼ ਜਾਂ ਹੋਰ ਵੀ ਜਿਹੜੀ ਵੀ 8 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਬਣਦੀ ਆ, ਉਹ ਈਡੀ ਪਹਿਲਾਂ ਹੀ ਜ਼ਬਤ ਕਰ ਚੁੱਕਾ ਹੈਗਾ। ਹੁਸ਼ਿਆਰਪੁਰ ਦੇ ਵਿੱਚ ਸ਼ਾਇਦ ਉੱਥੋਂ ਦੇ ਰਹਿਣ ਵਾਲੇ ਔਰ ਇੱਕ ਨਾਇਬ ਤਹਿਸੀਲਦਾਰ ਚੰਡੀਗੜ੍ਹ ਦੇ ਵਿੱਚ ਪ੍ਰਾਪਰਟੀ ਬਣਾ ਜੇ, ਇਹਦਾ ਮਤਲਬ ਆ ਕਿ ਉਹ ਕਿੰਨੀ 2 ਨੰਬਰ ਦੀ ਕਮਾਈ ਕਰਦਾ ਰਿਹਾ। ਖਬਰਾਂ ਤੇ ਇਹ ਵੀ ਪ੍ਰਕਾਸ਼ਿਤ ਹੋਈਆਂ ਸੀ ਉਸ ਸਮੇਂ ਕਿ ਜਿਹੜਾ ਨਾਇਬ ਤਹਿਸੀਲਦਾਰ ਆ, ਉਹਦਾ ਤੇ ਉਹਦੇ ਪਰਿਵਾਰ ਦੇ ਜਿਹੜੇ ਬੈਂਕ ਖਾਤਿਆਂ ਦੇ ਵਿੱਚ 15 ਕਰੋੜ ਤੋਂ ਵੱਧ ਦੇ ਜਿਹੜੀ ਪੈਸੇ ਤੇ ਹੋਰ ਪ੍ਰਾਪਰਟੀ ਕਾਗਜ਼ਾਤ ਜਿਹੜੀ ਉਹ ਪਏ ਸਨ ਬੈਂਕ ਖਾਤਿਆਂ ਦੇ ਵਿੱਚ। ਔਰ ਇਸ ਕੇਸ ਦੇ ਵਿੱਚ ਪਟਵਾਰੀ ਤੇ ਨੰਬਰਦਾਰ ਸਮੇਤ ਕਾਨੂੰਗੋ ਹੋਰ ਲੋਕ ਵੀ ਗ੍ਰਿਫਤਾਰ ਕੀਤੇ ਗਏ ਸੀ। ਪਟਵਾਰੀ ਇਕਬਾਲ ਸਿੰਘ, ਪ੍ਰਾਪਰਟੀ ਡੀਲਰ ਸ਼ਾਮ ਲਾਲ ਤੇ ਨੰਬਰਦਾਰ ਗੁਰਨਾਮ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਜਿਹੜਾ ਮਸਲਾ ਜਿਹੜਾ ਉੱਠਿਆ ਅਸਲ ਵਿੱਚ ਗੱਲ 2016 ਦੀ, ਉਸ ਸਮੇਂ ਜਿਹੜੇ ADC ਡਿਵੈਲਪਮੈਂਟ ਆ ਉਹਨੂੰ ਪਤਾ ਲੱਗਾ ਸੀ ਕਿ ਸ਼ਾਇਦ ਜਦੋਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਜੋ ਜਾਂਚ ਹੋਈ ਸ਼ਿਕਾਇਤਾਂ ਦੀ ਕਿ ਤਹਿਸੀਲਦਾਰ ਉਸ ਸਮੇਂ ਦੇ ਜਿਹੜੇ ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਗੋ ਆਦਿ ਨੇ ਮਿਲ ਕੇ ਜ਼ਮੀਨ ਦੇ ਜਿਹੜੀ ਤਕਸੀਮ ਆ ਉਹਦੇ ਹਿੱਸੇ ਕਰਕੇ ਪਹਿਲਾਂ ਇੰਤਕਾਲ ਦਰਜ ਕੀਤੇ ਤੇ ਇੰਤਕਾਲ ਸਮੇਂ ਇਹਨਾਂ ਲੋਕਾਂ ਨੇ
1295 ਏਕੜ ਜਿਹੜੀ ਜ਼ਮੀਨ ਆ ਉਹਨੂੰ ਅਜਿਹੇ ਤਰੀਕੇ ਨਾਲ ਤਕਸੀਮ ਕੀਤਾ ਤੇ ਤਕਸੀਮ ਕਰਕੇ ਪਿੰਡ ਸਿਉਂਕ ਦੇ ਜਿਹੜੇ 24 ਹਿੱਸੇਦਾਰ ਦਿਖਾਏ ਗਏ ਕਾਗਜ਼ਾਂ 'ਚ। ਤੇ ਫਿਰ ਬਲਜੀਤ ਕੌਰ, ਨਸੀਬ ਸਿੰਘ, ਬੰਤਾ ਸਿੰਘ, ਉਜਾਗਰ ਸਿੰਘ ਆਦਿ ਹਿੱਸੇ ਕਰੀਬ 117 ਏਕੜ ਜਿਹੜੇ ਤਕਸੀਮ ਕੀਤੀ ਸੀ ਉਹ ਹਿੱਸੇ ਘੱਟ ਕਰ ਦਿੱਤੇ ਗਏ ਤੇ ਕਈ ਅਜਿਹੇ ਹਿੱਸੇਦਾਰ ਜੋੜ ਦਿੱਤੇ ਜੋ ਪਿੰਡ ਸਿਉਂਕ ਦੇ ਵਾਸੀ ਨਹੀਂ ਸੀ, ਬਾਹਰਲੇ ਪਿੰਡ ਦੇ ਵਾਸੀ ਸੀ, ਜਿਵੇਂ ਕਿ ਰਾਮ ਕ੍ਰਿਸ਼ਨ ਜਾਂ ਕੁਲਵਿੰਦਰ ਸਿੰਘ ਆਦਿ ਅਜਿਹੇ ਲੋਕ ਸੀ ਜਿਹੜੇ ਸਿਉਂਕ ਪਿੰਡ ਦੇ ਨਾਲ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਸੀ ਤੇ ਜਿਨ੍ਹਾਂ ਦੇ ਹਿੱਸੇ ਵੱਧ ਦਿਖਾਏ ਗਏ ਸੀ ਕੁਲਵਿੰਦਰ ਸਿੰਘ ਔਰ ਰਾਮ ਕ੍ਰਿਸ਼ਨ, ਜਦ ਕਿ ਉਹਨਾਂ ਦਾ ਪਿੰਡ ਦੇ ਨਾਲ ਕੋਈ ਲੈਣਾ ਦੇਣਾ ਸੀ। ਔਰ ਇਸੇ ਤਰ੍ਹਾਂ ਜ਼ਮੀਨ ਦੇ ਜਿਹੜੇ ਤਕਸੀਮ ਕੀਤੀ ਗਈ ਸੀ ਹਿੱਸੇ ਵੱਧ ਘੱਟ ਦਿਖਾਉਣ ਕਾਰਨ ਜਿਹੜੇ 99 ਏਕੜ 4 ਕਨਾਲ 14 ਮਰਲੇ ਦਾ ਜਿਹੜਾ ਗੈਪ ਸੀ ਉਹ ਸਾਹਮਣੇ ਆਇਆ ਸੀ। ਤੇ ਇੰਤਕਾਲ ਤੋਂ ਬਾਅਦ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਔਰ ਫਿਰ ਕਾਨੂੰਗੋ ਰਘਬੀਰ ਸਿੰਘ, ਪਟਵਾਰੀ ਇਕਬਾਲ ਸਿੰਘ, ਪ੍ਰੋਪਰਟੀ ਡੀਲਰ ਸ਼ਾਮ ਲਾਲ, ਤਰਸੀਮ ਲਾਲ, ਬਲਬੀਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਬੀਰ ਸਿੰਘ, ਕਾਬਲ ਸਿੰਘ ਅਤੇ ਗੁਰਨਾਮ ਸਿੰਘ ਨੰਬਰਦਾਰ ਨੇ ਉਕਤ ਜਿਹੜੀ ਜ਼ਮੀਨਾਂ ਦਾ ਮੁਖਤਾਰਨਾਮਾ ਕਰਕੇ ਬਾਹਰਲੇ ਬੰਦਿਆਂ ਨੂੰ ਕਰੋੜਾਂ ਰੁਪਏ ਦੀ ਉਹ ਜ਼ਮੀਨ ਵੇਚ ਦਿੱਤੀ ਸੀ। ਤੇ ਹੁਣ ਇਸ ਮਸਲੇ ਦੇ ਵਿੱਚ ਹੁਣ ਈਡੀ ਨੇ ਇਹ ਚਾਰਜਸ਼ੀਟ ਦਾਖਲ ਕਰ ਦਿੱਤੀ ਆ, ਜਿਸ ਕਰਕੇ ਜਿਹੜੀਆਂ ਮੁਸ਼ਕਲਾਂ ਹੋਰ ਵੱਧ ਗਈਆਂ। ਔਰ ਈਡੀ ਨੇ ਪਹਿਲਾਂ ਹੀ ਜਿਹੜੇ ਇੱਕ ਵਰਿੰਦਰਪਾਲ ਸਿੰਘ ਧੂਤ ਆ ਉਹਦੀ ਕੋਈ 8 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕਰ ਦਿੱਤੀ ਸੀ, ਜ਼ਬਤ ਕਰ ਲਈ ਸੀ, ਕੁਰ ਕਰ ਲਈ ਸੀ, ਜਿਹਦੇ 'ਚ ਚੰਡੀਗੜ੍ਹ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਇੱਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਸੀ ਜਾਂ ਵਪਾਰਕ ਪ੍ਰਾਪਰਟੀ ਸੀ ਉਹ ਜ਼ਬਤ ਕਰ ਲਈ ਸੀ। ਲੇਕਿਨ ਇਹ ਮਸਲਾ ਕਿ ਜਿਹੜਾ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਹੈ, ਉਸ ਤੋਂ ਬਾਅਦ ਈਡੀ ਦੀ ਐਂਟਰੀ ਹੋਈ ਔਰ ਈਡੀ ਨੇ ਫਿਰ ਤਫਤੀਸ਼ ਕੀਤੀ। ਤਫਤੀਸ਼ ਤੋਂ ਬਾਅਦ ਜਿਹੜੀ ਸੱਚਾਈ ਸਾਹਮਣੇ ਆਈ ਕਿ ਇਹਦੇ 'ਚ ਮਨੀ ਲਾਂਡਰਿੰਗ ਦਾ ਵੀ ਮਸਲਾ ਸੀ, ਪੈਸੇ ਦਾ ਆਦਾਨ ਪ੍ਰਦਾਨ ਹੋਇਆ ਸੀ, ਬਾਹਰਲਾ ਪੈਸੇ ਇੱਕ ਦੇਸ਼ ਤੋਂ ਦੂਜੇ ਦੇਸ਼। ਔਰ ਹੁਣ ਜਿਹੜੀ 12 ਜਾਣਿਆਂ ਦੇ ਖਿਲਾਫ ਈਡੀ ਨੇ ਚਾਰਜਸ਼ੀਟ ਦਾਖਲ ਕੀਤੀ ਹੈ, ਜਿਹਦੇ 'ਚ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਵੀ ਆ। ਔਰ ਵਰਿੰਦਰਪਾਲ ਸਿੰਘ ਧੂਤ ਪੰਜਾਬ ਦੇ VIP ਜਿਹੜੀਆਂ ਤਹਿਸੀਲਾਂ ਨੇ ਜਿੱਥੇ ਜ਼ਿਆਦਾ ਰਜਿਸਟਰੀ ਹੁੰਦੀ ਆ ਜ਼ਮੀਨਾਂ ਜਾਂ ਪਲਾਟ ਜਾਂ ਹੋਰ, ਉੱਥੇ ਲੱਗਾ ਰਿਹਾ ਹੈਗਾ, ਖਾਸ ਕਰਕੇ ਮਾਦਰੀ ਬਲਾਕ ਦੇ ਵਿੱਚ ਵੀ ਕਾਫੀ ਆ। ਔਰ ਇਹਦੇ ਮਾਈ ਬਾਪ ਵੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਿੱਚ ਹਨ। ਲੇਕਿਨ ਹੁਣ ਜਦੋਂ ਈਡੀ ਨੇ ਇਹਨਾਂ ਦੇ ਖਿਲਾਫ ਸਕੰਜਾ ਕੱਸਿਆ ਗਿਆ, ਪਹਿਲਾਂ 20 ਤਰੀਕ ਨੂੰ ਗ੍ਰਿਫਤਾਰ ਕੀਤਾ, ਉਸ ਤੋਂ ਬਾਅਦ ਪ੍ਰਾਪਰਟੀ ਜ਼ਬਤ ਕਰ ਲਈ, ਤਾਂ ਹੁਣ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਤੇ ਲਾਜ਼ਮੀ ਤੌਰ ਤੇ ਅਜਿਹੇ ਲੋਕਾਂ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਦੀ ਜ਼ਰੂਰਤ ਆ ਔਰ ਕਰਨੀ ਵੀ ਚਾਹੀਦੀ ਆ। ਹੁਣ ਦੇ ਕੇ ਜੋ ਚਾਰਜਸ਼ੀਟ ਦਾਖਲ ਕੀਤੀ ਗਈ ਆ, ਦੋਸ਼ ਪੱਤਰ, ਤੇ ਉਸ ਮਸਲੇ ਦੇ ਵਿੱਚ ਹੁਣ ਕੰਮ ਬਾਅਦ 'ਚ ਅਦਾਲਤੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤੇ ਲਾਜ਼ਮੀ ਤੌਰ ਤੇ ਕਾਨੂੰਨ ਮੁਤਾਬਕ ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਵੀ ਸੁਭਾਵਿਕ ਆ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।